ਜਿਹੜਾ ਸੁਪਰ ਸੀਡਰ ਹੈ जी ਉਹ ਸਰਕਾਰ ਜਿਹੜਾ ਨਾ ਖਰਚੇ 'ਚ ਜਿਸ ਅੰਦਰ ਪਾਟ ਜਾਂਦਾ ਹੈ, ਮੁੱਲ ਜਿਹੜਾ ਕਿਰਾਏ ਤੇ ਲਵੇ ਨਾ ਤੇ ਉਹਦਾ ਵੀ ਅੰਦਰ ਪਾਟ ਜਾਂਦਾ ਹੈ। जी ਤੇ ਜੇ ਉਹ ਸਸਤਾ ਆਵੇ ਟਰੈਕਟਰ ਵਾਲਾ ਤੇ ਉਹਦਾ ਵੀ ਅੰਦਰ ਰੁਪਈਆ ਖਰਚਾ ਹੋਣਾ ਹੈ ਤੇ ਡਰਿੱਲ ਕਿਰ ਜਾਣੀ ਹੈ। ਇਹ 9000 ਰੁਪਈਆ ਚੱਲਣਾ ਹੈ। ਦੱਸੋ ਵੀ ਇਹ ਕਣਕ ਨਾ ਬੀਜੀਏ ਤਾਂ ਹੁਣ ਕੀ ਕਰੀਏ? हाँ ये तो ठेका ठुका की है। ਠੇਕਾ ਇੱਥੇ 3,20,000 ਰੁਪਈਆ। ਤੇ अस्सलाम वालेकुम ਦੋਸਤੋ, ਅਸੀਂ ਜਨਾਬ ਰਸਤੇ ਤੋਂ ਗੁਜ਼ਰ ਰਹੇ ਸੀ ਔਰ ਇਹ ਇਲਾਕਾ ਹੈ ਜੀ ਪਾਨਾ ਮਹਾਰ, ਜਿੱਥੇ ਜਨਾਬ ਅੱਗੇ ਆਪਾਂ ਸਲਾਬ ਦੀਆਂ ਵੀ ਵੀਡੀਓ ਬਣਾਉਂਦੇ ਰਹੇ ਹਾਂ। ਤੇ ਇਹ ਜਿੱਥੇ ਹੁਣ ਡਰਿੱਲ ਕਿਰਦੀ ਪਈ ਹੈ ਨਾ, ਇੱਥੇ ਕੋਈ ਪਾਣੀ ਪੂਣੀ ਨਹੀਂ ਆਇਆ। ਸਲਾਬ ਜਿਹੜਾ ਇੱਥੋਂ ਕੋਈ 5 ਕਿੱਲੇ ਦੂਰ ਹੈ ਤੇ ਇੱਥੇ ਜਨਾਬ ਡਰਿੱਲ ਕਰ ਰਹੀ ਹੈ। ਤੇ ਰਸਤੇ ਵਿੱਚ ਵੀ ਅਸੀਂ ਵੇਖਦੇ ਆਏ ਹਾਂ ਕਿ ਡਰਿੱਲ ਕਾਫੀ ਸਾਰੀ ਡਰਿੱਲ ਹੀ ਜ਼ੀਰੋ ਡਰਿੱਲ ਹੀ ਘਿਰੀ ਪਈ ਹੈ। ਕਿਧਰੇ ਕਿਧਰੇ ਸਾਨੂੰ ਸੁਪਰ ਸੀਡਰ ਕਿਰਾ ਹੋਇਆ ਨਜ਼ਰ ਆਉਂਦਾ ਹੈ। ਭਾਈ ਵੀਰ ਇੱਥੇ ਮੌਜੂਦ ਨੇ, ਉਹਨਾਂ ਕੋਲ ਪੁੱਛਣੇ ਹੈ ਵੀ ਕੀ ਵਜ੍ਹਾ ਹੈ, ਲੋਕ ਡਰਿੱਲ ਨੂੰ ਜ਼ਿਆਦਾ ਤਰਜੀਹ ਕਿਉਂ ਦਿੰਦੇ ਨੇ ਤੇ ਸੁਪਰ ਸੀਡਰ ਲੋਕ ਇਸਤੇਮਾਲ ਕਿਉਂ ਨਹੀਂ ਕਰਦੇ ਤੇ ਫਾਇਦਾ ਕਿਹੜੀ ਚੀਜ਼ ਦਾ ਹੈ ਕਿਸਾਨ ਨੂੰ, ਇਸ ਜ਼ੀਰੋ ਡਰਿੱਲ ਦਾ ਜਾਂ ਕਿ ਸੁਪਰ ਸੀਡਰ ਦਾ। अस्सलाम वालेकुम जी। बिस्मिल्लाह जी, वालेकुम सलाम जी। भाई जी पहले तो अपना नाम दसते चलो। मेरा नाम मोहम्मद शहबाज है जी। जी ते हजरात नाल मेरा वास्ता है जी। जी अच्छा ये दसो शहबाज भाई भी ऐसी थोड़े एरिया ਵਿੱਚ देखा है भी घनी ਡਰਿੱਲ ਹੀ ਕਰੀ ਪਈ ਹੈ ਇਹ ਵਾਲੀ। असल ਜਿਹੜੀ ਇਹ ਡਰਿੱਲ ਇਹ ਸਸਤੀ ਪੈਂਦੀ ਹੈ। ਅੱਛਾ ਇਹ ਜਿਹੜਾ ਨਾ ਕਿਰਾਏ ਵਾਲੇ ਨੂੰ ਵੀ ਸਸਤੀ ਪੈਂਦੀ ਹੈ ਜੀ ਤੇ ਕਰਾਵਣ ਵਾਲੇ ਨੂੰ ਵੀ ਸਸਤੀ ਪੈਂਦੀ ਹੈ। ਠੀਕ ਹੋ ਗਿਆ। ਨੰਬਰ 2 ਜਿਹੜਾ ਸੁਪਰ ਸੀਡਰ ਹੈ ਜੀ ਉਹ ਸਰਕਾਰ ਜਿਹੜਾ ਨਾ ਖਰਚੇ 'ਚ ਜਿਸ ਅੰਦਰ ਪਾਟ ਜਾਂਦਾ ਹੈ, ਮੁੱਲ ਜਿਹੜਾ ਕਿਰਾਏ ਤੇ ਲਵੇ ਨਾ ਤੇ ਉਹਦਾ ਵੀ ਅੰਦਰ ਪਾਟ ਜਾਂਦਾ ਹੈ। ਜੀ ਤੇ ਜੇ ਉਹ ਸਸਤਾ ਆਵੇ ਟਰੈਕਟਰ ਵਾਲਾ ਤੇ ਉਹਦਾ ਵੀ ਅੰਦਰ ਪਾਟਦਾ ਹੈ। ਵੀ ਉਹ ਸੁਪਰ ਸੀਡਰ ਜਿਹੜਾ ਉਹ ਜ਼ੋਰ ਜ਼ਿਆਦਾ ਲੈਂਦਾ ਹੈ, ਵੱਡੀ ਗੱਡੀ ਚਲਾ ਸਕਦੀ, ਉਹਨੂੰ ਛੋਟਾ ਟਰੈਕਟਰ ਨਹੀਂ ਚਲਾ ਸਕਦਾ। ਨਹੀਂ ਚਲਾ ਸਕਦਾ। ਇਸ ਵਜ੍ਹਾ ਤੋਂ ਜਿਹੜਾ ਹੈ ਨਾ ਵੀ ਉਹਨੂੰ ਕੋਈ ਲੋਕੀ ਫਿਰਾਂਦਾ ਨਹੀਂ, ਮੁੱਲ ਤੇ ਕੋਈ ਘੱਟ ਵੱਧ ਜਿੰਦੇ ਕੋਲ ਪੈਸਾ ਠੀਕ ਹੈ ਉਹ ਕਰਾ ਸਕਦਾ ਹੈ, ਦੂਸਰਾ ਬੰਦਾ ਨਹੀਂ ਕਰਾ ਸਕਦਾ। ਸ਼ਹਿਬਾਜ਼ ਭਾਈ ਇਹ ਫੀ ਏਕੜ ਦਾ ਕਿੰਨਾ ਕਿਰਾਇਆ ਲੈ ਰਹੇ ਨੇ? ਇਹ 2000 ਰੁਪਈਆ। ਤੇ ਉਹ ਜਿਹੜਾ ਸੁਪਰ ਸੀਡਰ ਹੈ ਉਹ ਕਿੰਨਾ ਲੈ ਰਹੀ ਹੈ? 9 ਤੋਂ ਲੈ ਤੇ 10 ਤੇ 12000 ਤੱਕ ਐਂਡ ਹੈ ਇਹਨਾਂ ਦਾ। ਠੀਕ ਹੋ ਗਿਆ। 12000 ਤੱਕ ਜਿਹੜਾ ਨਾ ਹੈਗਾ ਲੱਗੀ ਫੱਬੀ ਲਾ ਲੈਂਦੇ ਹਨ। ਜਿਹੜੇ ਜਿੰਦਾ ਕੋਈ ਚੋਖਾ ਵੇਖਣ ਮਾਮਲਾ ਹੈ ਉਹਨੂੰ ਜਿਹੜਾ ਨਾ 9-10000 ਤੱਕ ਆ ਜਾਂਦੇ ਹਨ। ਤੇ ਜਿੰਨੇ ਕਣਕ ਕਢਾਵਣੀ ਹੈ ਹਾਂਜੀ ਉਹਨੂੰ ਤਾਂ ਸ਼ਹਿਬਾਜ਼ ਭਾਈ ਫਿਰ ਡਰਿੱਲ ਹੀ ਬਿਹਤਰ ਹੈ ਨਾ। ਡਰਿੱਲ ਬਿਹਤਰ ਹੈ, ਉਹ ਇਸ ਵਜ੍ਹਾ ਤੋਂ ਬਿਹਤਰ ਹੈ, ਉਹਦਾ 2000 ਰੁਪਈਆ ਖਰਚਾ ਹੋਣਾ ਹੈ ਤੇ ਡਰਿੱਲ ਕਿਰ ਜਾਣੀ ਹੈ। ਇਹ 9000 ਰੁਪਈਆ ਚੱਲਣਾ ਹੈ। ਹੁਣ ਇਸੇ ਤਰੀਕੇ ਕੋ ਆਦਾ ਸਸਤਾ ਮਸਤਾ ਲੈ ਤੇ ਵੀ ਵਿੱਚ ਪਾਇਆ ਹੈ, ਕੁਝ ਜਿਹੜਾ ਨਾ ਸ਼ਹਿਰੂ ਲਿਆ ਤੇ ਪਾਇਆ। ਇਸ ਤਰੀਕੇ ਤੋਂ ਅਸੀਂ ਇਸ ਫਸਲ ਨੂੰ ਪੂਰਾ ਕਰਾਂਗੇ ਤੇ ਉਹ 2000 ਹੋਰ ਭਰ ਤੇ 2 ਰਿਪਾਰਟ ਕਰਾ ਦੇ ਤੇ ਡਰਿੱਲ ਕਰਾ ਲੈਂਦਾ ਹੈ ਜੀ। ਇਹਦੀ ਮੁੜ ਜਰਮੀਨੇਸ਼ਨ ਅੱਛੀ ਹੈ ਜਾਂ ਉਹਦੀ ਜਰਮੀਨੇਸ਼ਨ ਜ਼ਿਆਦਾ ਹੈ? ਇਹਦੀ ਹੱਥੋਂ ਜ਼ਿਆਦਾ ਹੀ। ਅੱਛਾ ਹਾਂਜੀ। ਤੇ ਇਹ ਕਿੱਲੇ ਵਿੱਚ 20 ਕਿੰਨਾ ਪਾ ਰਹੇ ਹੋ? ਇਹ ਅਸੀਂ ਜਿਹੜਾ ਨਾ 50 ਕਿਲੋ 50 ਕਿਲੋ ਵੀ ਤੇ ਡੀਏਪੀ ਬੋਰੀ। ਅੱਛਾ ਸ਼ਹਿਬਾਜ਼ ਭਾਈ ਨਾ ਖਾਦ ਬੜੀ ਮਹਿੰਗੀ ਹੋ ਗਈ, ਬੜੀ 15,000 ਦੀ ਬੋਰੀ ਹੋ ਗਈ। 15,500 ਇੱਥੇ ਹੁਣ ਉਹ ਡੀਏਪੀ ਦੀ ਬੋਰੀ ਪੀ ਆਂਦੀ। ਹਾਂ ਕਣਕ ਦਾ ਰੇਟ ਵਾਲੇ ਹਕੂਮਤ ਨਹੀਂ ਬੰਨਾ। ਰੇਟ ਕੀ ਬਣਨਾ? ਮਿਹਨਤ ਕੋਈ ਨਹੀਂ ਵੀ ਰੇਟ ਵੱਧ ਜਾਵੇ। ਇਹ ਮੁੜ ਲੋਕ ਇੰਨੀ ਕਣਕ ਕਿਉਂ ਧੜਾ ਧੜ ਬੀਜੀ ਆਂਦੇ ਨੇ ਵੀ ਕਣਕ ਹੀ ਕਣਕ ਇਹਦੇ ਮਾਂ ਇਹ ਦੱਸੋ ਵੀ ਇਹ ਕਣਕ ਨਾ ਬੀਜੀਏ ਤਾਂ ਹੁਣ ਕੀ ਕਰੀਏ? ਹਾਂ ਉਹ ਤੋਂ ਟਾਈਮ ਹੋਰ ਕਿਸੇ ਫਸਲ ਦਾ ਹੈ ਨਹੀਂ। ਹੁਣ ਬਾਰੀਆਂ ਨੂੰ ਉਡੀਕੀਏ ਤੇ ਮੁੜ ਵੀ ਜਿਹੜਾ ਨਾ ਮਰਨੇ ਹੈ, ਪਤਾ ਨਹੀਂ ਉਹਦਾ ਰੇਟ ਕੀ ਬਣਨਾ। ਹੁਣ ਕਣਕ ਤਾਂ ਆਈ ਫਸਲ ਹੈ, ਚਲੋ ਅਸੀਂ ਜਿਹੜਾ ਬੀਜ ਲਵਾਂਗੇ ਅੱਜ ਨਸੀਬ ਲਵਾਂਗੇ ਅਸੀਂ ਆਦੀ। ਠੀਕ ਹੋ ਗਿਆ। ਇਹ ਤੇ ਠੇਕਾ ਠੁਕਾ ਕੀ ਹੈ? ਠੇਕਾ ਇੱਥੇ 3,20,000 ਰੁਪਈਆ। 3,20,000 ਜੀ। ਇਹ ਕਣਕ ਪੂਰਾ ਕਰੇਗੀ? ਨਹੀਂ ਕਰੇਗੀ। ਤੇ ਇਹ ਮੁੜ ਮਜਬੂਰੀ ਹੈ ਨਾ। ਮਜਬੂਰੀ ਅਸੀਂ ਅਗਲੇ ਠੇਕੇ ਦੇਣੇ ਹਨ ਮਾਲਕਾਂ ਦੇ। ਹਾਂ ਉਹਨਾਂ ਸਾਡੇ ਜੇ ਅਸੀਂ ਛੱਡਣੇ ਤੋਂ ਆਂਦੇ ਨੇ ਸਾਨੂੰ ਠੇਕੇ ਦਿਓ। ਅਸੀਂ ਠੇਕੇ ਕਿੱਥੋਂ ਦੇਈਏ? ਘਰ ਵੀ ਵੇਚੀਏ ਤੇ ਨਹੀਂ ਠੇਕਾ ਪੂਰਾ। ਡੀਏਪੀ ਦਾ ਕੋਈ ਹੋਰ ਮੁਤਬਾਦਲ ਹੈ ਵੀ ਆਪਾਂ ਕਣਕ ਨੂੰ ਡੀਏਪੀ ਤੋਂ ਬਗੈਰ ਬੀਜ ਲਈਏ ਜਾਂ ਇਹਦੇ ਮੁਤਬਾਦਲ ਕੋਈ ਬੀਜ ਲਈਏ ਤੇ ਮੁੜ ਕਣਕ ਪੈਦਾਵਾਰ ਨਹੀਂ ਉਨੀ ਦੇਣੀ। ਅੱਛਾ ਜੇ ਨਾਈਟ੍ਰੋਫਾਸ ਪਾਣੇ ਹੈ ਤੇ ਉਹਨੇ ਪੈਦਾਵਾਰ ਉਵੇਂ ਨਹੀਂ ਦੇਣੀ ਹੈਗੀ। ਠੀਕ ਹੋ ਗਿਆ। ਡੀਏਪੀ ਲਾਵਾਂਗੇ ਤੇ ਚਲੋ ਕੁਝ ਵੱਲ ਰਹਿ ਜਾਵਾਂਗੇ। ਸਹੀ। बीज केड़ा इस्तेमाल करते हो अपना घर दा या शहर दा या की सीन है? ਅਸੀਂ बीज इस्तेमाल करने लिया ते मुल शहर दा। ठीक हो क्यों वो किन्ने दा थैला मिला है? ਉਹ ਥੈਲਾ ਵੀ ਜਿਹੜਾ ਨਾ ਤਕਰੀਬਨ 6 ਤੋਂ 7 ਤੀਕਣ ਮਿਲ ਰਿਹਾ ਹੈ। ਸ਼ਹਿਬਾਜ਼ ਭਾਈ ਇਹ ਨਾ ਬੀਜ ਤਾਂ ਹਾਈਬ੍ਰਿਡ ਹੁੰਦੇ ਨਹੀਂ, ਇਹ ਤਾਂ ਹੁੰਦੇ ਨੇ ਆਮ ਕਣਕ ਹੀ ਹੈ। ਹਾਂਜੀ। ਉਹ ਘਰ ਦਾ ਕਿਉਂ ਨਹੀਂ ਬੀਜਦੇ ਹੋ? ਘਰ ਦਾ ਵੀ ਤਾਂ ਕਣਕ ਹੀ ਹੈ। ਘਰ ਦੀ ਅਸੀਂ ਰੱਖ ਹੀ ਨਹੀਂ ਸਕਨੇ।
ਇੰਨੀ ਸਾਡੀ ਪੁੱਜ ਹੀ ਨਹੀਂ ਰੱਖ ਲਈਏ ਤੇ ਇਵੇਂ ਸਾਨੂੰ ਦੂਣੇ ਤੋਂ ਤਰੂਣਾ ਠੁਕਦਾ ਪਿਆ ਹੈ ਅੱਛਾ ਵੀ ਨਹੀਂ ਰੱਖ ਸਕਨੇ ਵੀ ਉਸਲੇ ਮੀਆਂ ਮਾਲਕ ਆ ਦੇਣ ਵੀ ਭਾਈ ਸਾਨੂੰ ਠੇਕਾ ਦਿਓ, ਉਹ ਠੇਕੇ 'ਚ ਲੱਗ ਜਾਂਦੀ। ਮੁੜ ਸੁਰਗੁਰੂ ਨੇ ਹੁਣ ਮਾਲਕ ਨੂੰ ਆਖਿਆ ਸਾਨੂੰ ਕੋਈ ਪੈਸੇ ਦੇ ਜਾਂ ਖਾਦ ਜੋਗੇ ਦੇ ਜਾਂ ਸਾਨੂੰ ਬੀਜ ਜੋਗੇ ਦੇ ਪੈਸੇ, ਉਹਾਂ ਦਾ ਨਾਂ ਵੀ ਆਦਾ ਆਪੇ ਬੀਜੋ ਕਰੋ। ਅਸੀਂ ਮੁੜ ਹੁਣ ਇਸੇ ਤਰੀਕੇ ਕੋ ਆਦਾ ਸਸਤਾ ਮਸਤਾ ਲੈ ਤੇ ਵੀ ਵਿੱਚ ਪਾਇਆ ਕੁਝ ਜਿਹੜਾ ਨਾ ਸ਼ਹਿਰੋਂ ਲਿਆ ਤੇ ਪਾਇਆ। ਇਸ ਤਰੀਕੇ ਤੋਂ ਅਸੀਂ ਇਹਨਾਂ ਫਸਲ ਨੂੰ ਪੂਰਾ ਕਰਾਂਗੇ। ਸਹੀ ਹੋ ਗਿਆ। ਹੁਣ 85 ਕਿੱਲਾ ਇਹ ਐਵੇਂ ਤਾਂ ਨਹੀਂ ਰਲ ਜਾਣੀ, ਇਹਨਾਂ ਪੈਸਿਆਂ ਨਾਲ ਰਲਣਾ ਹੈ। ਬਿਲਕੁਲ। ਅੱਛਾ ਇਸ ਟਾਈਮ ਫਸਲ ਕਿਹੜੀ ਹੈ ਜਿਹੜੀ ਫਾਇਦਾ ਦੇ ਰਹੀ ਕਿਸਾਨ ਨੂੰ ਬੀਜਣੀ ਚਾਹੀਦੀ? ਉਹ ਵੇਖੋ ਨਾ ਫਾਇਦਾ ਤਾਂ ਆਪਣੇ ਮੁਲਕ ਵਿੱਚ ਜਿਹੜਾ ਨਾ ਕੋਈ ਆ ਨਹੀਂ ਰਿਹਾ। ਆ 3 ਤੋਂ 4 ਸਾਲ ਹੋ ਗਏ ਨਾ ਕੋਈ ਫਾਇਦਾ ਨਹੀਂ ਆ ਰਿਹਾ ਜੀ। ਕਿਉਂਕਿ ਆਪਣਾ ਬਾਦਸ਼ਾਹ ਵੀ ਐਸਾ ਨਹੀਂ ਵੀ ਜਿਹੜਾ ਮੁਕਰਾ ਜਿਨਸ ਦਾ ਰੇਟ ਬਣ ਲਵੇ। ਸਹੀ। ਰੇਟ ਨਹੀਂ ਬੱਜਾ ਜੀ। ਜੇ ਇਹ ਤਾਂ ਹੀ ਲੱਗੀ ਫੱਬੀ ਜੇ ਲੱਗ ਗਈ ਜੀ ਤੇ ਕਰੇ ਕੋ ਬੱਚਿਆਂ ਜੋਗੀ ਰੋਜੀ ਮਿਲ ਜਾਵੇਗੀ। ਜੀ ਨਹੀਂ ਤੇ ਇਹ ਹੋ ਸਕਦਾ ਕਿਰਾਇਆ ਨਾਲ ਆਲੂ ਜਿਹੜੇ ਹਨ ਇਹ ਬਾਹਰ ਕੱਢਣੇ ਪੈ ਜਾਵਣ। ਸਹੀ। ਤੇ ਜਿਹੜੀ ਗੰਦਮ ਹੈ ਇਹ 2500 2000 2500 ਇੱਥੇ ਇਹਨੇ ਜਾਣਾ ਹੈ। ਠੀਕ ਹੈ। ਇਹਦਾ ਵੀ ਫਾਇਦਾ ਕੀ ਆਵੇਗਾ? ਉਦੋਂ ਗਣਾ ਖਰਚਾ ਗਿਣ ਲਓ 70-80 ਹਜ਼ਾਰ ਰੁਪਇਆ ਕਿੱਲੇ ਤੇ ਖਰਚਾ ਹੋਣਾ ਹੈ। ਸਹੀ। ਮੁੜ ਜਨਾਬੇ ਵਾਲਾ ਜਿਹੜਾ ਹੈ ਨਾ ਬਈ 1.5 ਲੱਖ ਤੇ 1,60,000 ਰੁਪਇਆ ਵੀ ਦੇਣਾ ਪਵੇਗਾ ਜਿਹੜਾ ਨਾ 6 ਮਹੀਨਿਆਂ ਦਾ। ਜੀ। ਉਹ ਵੀ ਵਿੱਚੋਂ ਕੱਢੋ ਤੇ ਕੀ ਦੇਵੇਗੀ? ਹਕੂਮਤ ਦੇ ਵਿੱਚ ਜਿਹੜੇ ਜਨਾਬ ਆਪਣੇ ਸਿਰ ਤੇ ਜ਼ਰਾਤ ਤੇ ਬੈਠੇ ਨੇ, ਹਾਂਜੀ, ਉਹ ਕਹਿੰਦੇ ਨੇ ਵੀ ਕਿਸਾਨ ਤਾਂ ਕਣਕ ਦੇ ਵਿੱਚੋਂ ਜਿਹੜਾ ਦਾਣੇ ਵੀ ਵੇਚਦਾ, ਤੂੜੀ ਵੀ ਵੇਚਦਾ ਆਪਣੇ ਮਗਰ ਪਈ। ਇਹ ਤੁਸੀਂ 2 ਸਾਲ ਕੇ ਮੈਨੂੰ ਤਾਂ ਐਵੇਂ ਲੱਗਦੀ ਪਈ ਕੁਪਰਾਰ ਦੀ ਪਈ ਖਰਾਬ ਕੀਤੀ ਬੈਠੇ ਹੋ। ਜਨਾਬ ਤੂੜੀ ਅਸੀਂ ਵੇਚਾਂਗੇ ਸਾਡੀ ਵਿਕ ਜਾਵੇਗੀ 30,000 ਦੀ। 30,000 ਦੀ ਵਿਕਣੀ ਨਹੀਂ, ਅੱਜ ਤੱਕ ਨਹੀਂ ਵਿਕੀ। 30,000 ਦਾ ਕਿੱਲਾ ਨਹੀਂ ਵਿਕਾ, ਤੁਸੀਂ 30 ਦਾ ਲਾ ਲਓ। ਸਹੀ। 30,000 ਦੇ ਵਿੱਚ ਜਿਹੜੇ ਉਹ ਤੂੜੀ ਅਸੀਂ ਗਡਾਵਾਂਗੇ ਨਾ ਤੇ ਕਿੱਲੇ ਮਗਰੂ ਉਹ ਵੀ 10,000 ਰੁਪਇਆ ਲਵਣਗੇ। ਜੀ। ਪਿਛਾ ਰਹਿ ਗਿਆ 20। ਜੀ। ਉਹ ਅਸੀਂ ਜਿਸਲੇ ਕੁੰਜਾਂਗੇ ਉਹਨੂੰ ਉਹਦੇ ਤੇ ਮਜ਼ਦੂਰੇ ਲਾਵਾਂਗੇ, ਉਹ ਵੀ ਘਟੋ ਘੱਟ 5,000 ਰੁਪਇਆ ਕਿੱਲੇ ਦਾ ਉਹ ਖਰਚਾ ਕੱਢ ਲਓ। ਪਿਛਾ ਰਹਿ ਗਿਆ ਜਿਹੜਾ ਨਾ 15। ਜੀ। ਉਹ 15 ਤੁਸੀਂ ਤੂੜੀ ਦਾ ਲਾ ਲਓ, ਗੰਦਮ ਦਾ ਲਾ ਲਓ ਜਿਹੜਾ ਨਾ ਵੀ ਉਹ 1.5 ਤੂਤਾਂ ਗੰਦਮ ਨਹੀਂ ਲੱਗਣਾ। तो 1.5 ਚੋਂ 15 ਵੀ ਘਟਾਓ। ਅੱਛਾ ਲੋਕ ਮਟਰੀ ਬੜੀ ਬੀਜਦੇ ਪਏ ਨੇ ਵੀ ਉਹ ਮਟਰੀ ਜਿਹੜਾ ਹੈ ਨਫੇ ਦਾ ਸੌਦਾ ਹੈ। ਜਨਾਬ ਹੁਣ ਬੀਜੀ ਤਾਂ ਜਾਣੇ ਨਫੇ ਹਰ ਕੋਈ ਨਫੇ ਨੂੰ ਪੈਂਦਾ ਹੈ, ਘਾਟੇ ਨੂੰ ਕੋਈ ਵੀ ਨਹੀਂ ਪੈਂਦਾ। ਸਹੀ। ਤੇ ਜਿੱਥੇ ਵੀ ਕੋਈ ਲੱਗਾ ਖੜਾ ਆਪ ਨੂੰ ਤਾਂ ਉਥਾ ਜਾਣ ਦੀ ਕੋਸ਼ਿਸ਼ ਕਰਦਾ ਹੈ ਪਰ ਉਥਾ ਜਾਂਦੇ ਨਹੀਂ ਪਏ। ਅਸੀਂ ਆਏ ਸਾਲ ਹੇਠਾਂ ਹੀ ਜਾ ਰਹੇ। ਠੀਕ ਹੋ ਗਿਆ। ਚਲੋ ਸ਼ਹਿਬਾਜ਼ ਭਾਈ ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਕਿਸਾਨ ਦੇ ਹਾਲਾਤ ਤੇ ਵੀ ਚੰਦ ਗੱਲਾਂ ਕੀਤੀਆਂ। ਸਾਨੂੰ ਸੁਪਰ ਸੀਡਰ और ड्रिल ਦੇ ਬਾਰੇ ਦੱਸਾ ਵੀ ਇਹਦਾ ਰਿਜ਼ਲਟ ਤੁਹਾਨੂੰ ਅੱਛਾ ਲੱਗਦਾ ਹੈ ਤੇ ਡਰਿਲ ਤਾਂ 4 ਸਪੇਰੇ ਤੁਹਾਡੇ ਇੱਥੇ ਬੀਜੀ ਪਈ ਹੈ। ਇਹ ਅੱਛਾ ਸਾਨੂੰ ਲੱਗਦਾ ਇਸ ਗੱਲੋਂ ਇਹ ਵੀ ਇਹ ਸਾਨੂੰ ਸਸਤੀ ਪੈਂਦੀ ਹੈ। ਅੱਛਾ ਇਸ ਗੱਲੋਂ ਹੀ ਲੱਗਦਾ ਹੈ ਸੁਪਰ ਸੀਡਰ ਚਲਾਉਣ ਵਾਸਤੇ ਉਹਦੇ ਤੇ ਰੁਪਈਏ ਚਾਹੀਦੇ ਆ। ਹਾਂਜੀ। ਉਹ ਰੁਪਈਏ ਸਾਡੇ ਕੋਲ ਨਹੀਂ ਹੈ, ਸਾਨੂੰ ਇਹ ਹੀ ਅੱਛਾ ਲੱਗਣਾ ਹੈ। ਸਹੀ ਹੋ ਗਿਆ। ਬਿਲਕੁਲ। ਬਹੁਤ ਸ਼ੁਕਰੀਆ ਸ਼ਹਿਬਾਜ਼ ਭਾਈ। ਤੇ ਦੋਸਤੋ ਤੁਸੀਂ ਵੀ ਕਮੈਂਟ ਸੈਕਸ਼ਨ ਵਿੱਚ ਦੱਸਣਾ ਹੈ ਕਿ ਭਾਈ ਸ਼ਹਿਬਾਜ਼ ਨੇ ਜਿਹੜੀਆਂ ਗੱਲਾਂ ਕੀਤੀਆਂ ਨੇ ਐਵੇਂ ਹੀ ਹਨ ਕਿ ਸਾਨੂੰ ਵੱਡਾ ਟਰੈਕਟਰ ਵੀ ਰਿਕਵਾਇਰ ਹੁੰਦਾ ਸੁਪਰ ਸੀਡਰ ਚਲਾਉਣ ਵਾਸਤੇ। ਫਿਰ ਸੁਪਰ ਸੀਡਰ ਵਾਸਤੇ ਤੇਲ ਵੀ ਜ਼ਿਆਦਾ ਚਾਹੀਦਾ ਹੁੰਦਾ ਹੈ। ਹਾਂਜੀ ਬਿਲਕੁਲ। ਫਿਰ ਟਾਈਮ ਵੀ ਜ਼ਿਆਦਾ ਲੱਗਦਾ ਹੈ। ਫਿਰ ਜਰਮੀਨੇਸ਼ਨ ਤੁਸੀਂ ਕਹਿੰਦੇ ਹੋ ਵੀ ਉਹਦੀ ਘਾਟ ਹੈ ਇਹਦੀ ਜ਼ਿਆਦਾ ਹੈ। ਹਾਂਜੀ। ਤੇ ਦੋਸਤੋ ਤੁਸੀਂ ਕਮੈਂਟ ਸੈਕਸ਼ਨ ਵਿੱਚ ਦੱਸਣਾ ਹੈ ਕਿ ਤੁਹਾਨੂੰ ਕਿਹੜਾ ਬਿਹਤਰ ਲੱਗਦਾ ਹੈ। ਮਿਲਦੇ ਹਾਂ ਇਨਸ਼ਾਅੱਲਾ ਅਗਲੀ ਵੀਡੀਓ ਨਾਲ। ਰੱਬ ਰਾਖਾ।